ਪਿਆਰੇ ਬੱਚੋ, ਮੈਂ ਤੁਹਾਡੇ ਲਈ ਅੱਜ ਪੰਜਾਬੀ ਦਾ ਮਹੱਤਵਪੂਰਨ ਵਿਸ਼ਾ ਪੰਜਾਬੀ ਵਰਨਮਾਲਾ ਲੈ ਕੇ ਆਈ ਹਾਂ, ਜਿਸ ਦੇ ਨਾਲ ਮੈਂ ਤੁਹਾਨੂੰ ਕੁਝ ਪ੍ਰਸ਼ਨ ਕਰਵਾਵਾਂਗੀ ਜੋ ਕਿ ਤੁਹਾਡੇ ਦੇ ਲਈ ਬਹੁਤ ਮਹੱਤਵਪੂਰਨ ਹਨ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ, ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ ਅਤੇ ਕਈਆਂ ਦਾ ਵਿਚਾਰ ਹੈ ਕਿ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਨੇ ਘੜੀ ਹੈ, ਪਰ ਇਹ ਮਤ ਸਹੀ ਨਹੀਂ, ਕਿਉਂਕਿ ਇਹ ਜਿਹੜੀ ਗੁਰਮੁਖੀ ਲਿਪੀ ਹੈ ਦੇ ਵਰਨ ਜਿਹੜੇ ਗੁਰੂ ਸਾਹਿਬਾਨਾਂ ਤੋਂ ਸੈਂਕੜੇ ਵਰੇ ਪਹਿਲਾਂ ਤੋਂ ਹੀ ਮੌਜੂਦ ਸਨ, ਪਰ ਇਹ ਤਰਤੀਬ ਉਗੜੀ ਦੁਗੜੀ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਹੀ ਤੋਂ ਮੌਜੂਦ ਜਿਹੜੇ ਵਰਨ ਸੀ ਪੰਜਾਬੀ ਦੇ, ਉਹਨਾਂ ਨੂੰ ਇੱਕ ਨਿਸ਼ਚਿਤ ਤਰਤੀਬ ਦਿੱਤੀ। ਇਸ ਲਈ ਗੁਰਮੁਖੀ ਲਿਪੀ ਦੇ ਵਿੱਚ ਜਿਹੜੀ ਗੁਰਮੁਖੀ ਵਰਨਮਾਲਾ ਹੈ, ਉਸ ਨੂੰ ਨਿਸ਼ਚਿਤ ਤਰਤੀਬ ਵਿੱਚ ਜਿਹੜੇ ਵਰਨ ਲਿਖੇ ਜਾਂਦੇ ਹਨ ਉਹ ਇੱਕ ਵਰਨਮਾਲਾ ਬਣ ਜਾਂਦੀ ਹੈ, ਜਿਸ ਨੂੰ ਵਰਨਮਾਲਾ ਆਖਦੇ ਹਨ। ਇਹ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੀ ਰਚਿਤ ਬਾਣੀ ਪੱਟੀ ਹੈ, ਉਹ ਵੀ ਗੁਰਮੁਖੀ ਦੇ 35 ਅੱਖਰਾਂ 'ਤੇ ਆਧਾਰਿਤ ਹੈ। ਅਤੇ ਹੁਣ ਮੈਂ ਤੁਹਾਨੂੰ ਗੁਰਮੁਖੀ ਲਿਪੀ ਨਾਲ ਸੰਬੰਧਿਤ ਕੁਝ ਪ੍ਰਸ਼ਨ ਕਰਵਾ ਰਹੀ ਹਾਂ। ਪਹਿਲਾ ਪ੍ਰਸ਼ਨ ਹੈ, ਗੁਰਮੁਖੀ ਲਿਪੀ ਦੇ ਹਰੇਕ ਵਰਗ ਵਿੱਚ ਕਿੰਨੇ ਵਰਨ ਹਨ? ਗੁਰਮੁਖੀ ਲਿਪੀ ਦੇ ਹਰੇਕ ਵਰਗ ਵਿੱਚ 5-5 ਵਰਨ ਹੁੰਦੇ ਨੇ, ਜਿਵੇਂ ਕਿ ਕੱਕਾ, ਖੱਖਾ, ਗੱਗਾ, ਘੱਗਾ, ਨਈਆਂ 5 ਹੋ ਗਏ। ਦੂਜੇ ਵਰਗ ਦੇ ਵਿੱਚ ਚੱਚਾ, ਛੱਛਾ, ਜੱਜਾ, ਝੱਜਾ, ਨਈਆਂ 5 ਵਰਗ ਹੋ ਗਏ। ਇਸੇ ਤਰ੍ਹਾਂ ਹੀ ਸਾਰੀ ਗੁਰਮੁਖੀ ਵਰਨਮਾਲਾ ਦੇ ਵਿੱਚ ਹਰੇਕ ਵਰਗ ਦੇ ਵਿੱਚ 5-5 ਵਰਨ ਹੁੰਦੇ ਹਨ। ਦੂਜਾ ਪ੍ਰਸ਼ਨ, ਨਾਸਕੀ ਧੁਨੀਆਂ ਕਿਹੜੀਆਂ ਹਨ? ਜਿਹੜੀਆਂ ਧੁਨੀਆਂ ਦੇ ਬੋਲਣ ਸਮੇਂ ਆਵਾਜ਼ ਸਾਡੇ ਨੱਕ ਰਾਹੀਂ ਨਿਕਲਦੀ ਹੈ, ਉਸ ਨੂੰ ਨਾਸਕੀ ਧੁਨੀਆਂ ਕਹਿੰਦੇ ਹਨ, ਜਿਵੇਂ ਨੰਨਾ, ਨਾਣਾ, ਮੰਮਾ, ਨਈਆਂ, ਆਈਆਂ। ਤੇ ਨਾਸਕੀ ਧੁਨੀਆਂ ਦੇ ਵਿੱਚ ਜਿਹੜੇ ਇਹ 5 ਵਰਨ ਹਨ, ਇਹ ਵਿਅੰਜਨ ਹਨ, ਨਾ ਕਿ ਸਵਰ। ਤੀਜਾ ਪ੍ਰਸ਼ਨ, ਨਵੀਨ ਵਰਗ ਵਿੱਚ ਕਿਹੜੇ ਵਰਨ ਸ਼ਾਮਿਲ ਕੀਤੇ ਗਏ ਹਨ? ਨਵੀਨ ਵਰਗ ਜੋ ਹੈ, ਜੋ ਕਿ ਅੰਗਰੇਜ਼ੀ ਵਰਨਮਾਲਾ ਵਿੱਚ ਪਹਿਲਾਂ 35 ਅੱਖਰ ਸੀ, ਫਿਰ ਨਵੀਨ ਵਰਗ ਦੇ ਜਿਹੜੇ ਫਾਰਸੀ ਭਾਸ਼ਾ ਦੇ ਜਿਹੜੇ ਅੱਖਰ ਵਿੱਚ ਸ਼ਾਮਿਲ ਕਰ ਲਏ ਗਏ ਹਨ, ਇਹ 6 ਅੱਖਰ ਸ਼ਾਮਿਲ ਕਰਨ ਨਾਲ ਇਹਨਾਂ ਦੀ ਗਿਣਤੀ 41 ਹੋ ਗਈ ਹੈ। ਜਿਹੜੇ ਨਵੀਨ, ਇਸ ਲਈ ਇਸ ਨੂੰ ਨਵੀਨ ਵਰਗ ਕਿਹਾ ਜਾਂਦਾ ਹੈ। ਇਸ ਵਿੱਚ 6 ਅੱਖਰ ਜਿਹੜੇ ਸ਼ਾਮਿਲ ਹਨ ਉਹ ਹਨ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਲੱਲੇ ਪੈਰ ਬਿੰਦੀ। ਪ੍ਰਸ਼ਨ ਨੰਬਰ 4, ਸਵਰ ਕਿਸ ਨੂੰ ਆਖਦੇ ਹਨ? ਜਿਹੜੀਆਂ ਧੁਨੀਆਂ ਦੇ ਉਚਾਰਨ ਦੇ ਸਮੇਂ ਫੇਫੜਿਆਂ ਵਿੱਚੋਂ ਹਵਾ ਬੇਰੋਕ ਬਾਹਰ ਨਿਕਲਦੀ ਹੈ, ਉਸ ਨੂੰ ਸਵਰ ਆਖਦੇ ਹਨ। ਪੰਜਾਬੀ ਵਿੱਚ ਇਹਨਾਂ ਧੁਨੀਆਂ ਦੀ ਗਿਣਤੀ 3 ਹੈ। ਊੜਾ, ਆੜਾ, ਈੜੀ, ਇਹ 3 ਵਰਨ ਸਵਰ ਹਨ। ਇਹਨਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹਨ? ਇਹ ਤੁਹਾਡਾ ਪ੍ਰਸ਼ਨ ਨੰਬਰ 5 ਹੈ। ਪੰਜਾਬੀ ਦੇ ਵਿੱਚ ਸਵਰ ਧੁਨੀਆਂ 10 ਹਨ। ਊੜਾ, ਆੜਾ, ਈੜੀ ਦੇ ਨਾਲ ਜਦੋਂ ਇਹਨਾਂ ਦੇ ਨਾਲ ਲਗਾਂ ਲੱਗ ਜਾਂਦੀਆਂ ਹਨ ਤਾਂ ਇਹਨਾਂ ਦੀ ਗਿਣਤੀ 10 ਹੋ ਜਾਂਦੀ ਹੈ। ਇਸ ਕਰਕੇ ਪੰਜਾਬੀ ਦੇ ਵਿੱਚ ਸਵਰ 3 ਅਤੇ ਸਵਰ ਧੁਨੀਆਂ 10 ਹਨ। ਪ੍ਰਸ਼ਨ ਨੰਬਰ 6, ਵਿਅੰਜਨ ਕਿਸ ਨੂੰ ਆਖਦੇ ਹਨ? ਉਹ ਧੁਨੀਆਂ ਜਿਸ ਨੂੰ ਉਚਾਰਨ ਸਮੇਂ ਫੇਫੜਿਆਂ ਵਿੱਚ ਹਵਾ ਰੋਕ ਪਾ ਕੇ ਉਚਾਰਨ ਸਥਾਨ 'ਤੇ ਉਚਾਰਿਆ ਜਾਵੇ, ਉਸ ਨੂੰ ਵਿਅੰਜਨ ਆਖਦੇ ਹਨ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਆਪਣੀ ਜੀਭ ਕਦੇ ਤਾਲੂ ਦੇ ਨਾਲ ਛੂੰਹਦੀ ਹੈ, ਕਦੇ ਦੰਦਾਂ ਨਾਲ ਛੂੰਹਦੀ ਹੈ, ਕਦੇ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ, ਅਤੇ ਕਈ ਵਾਰੀ ਇਹਨਾਂ ਧੁਨੀਆਂ ਦੇ ਉਚਾਰਨ ਵੇਲੇ ਸਾਡੇ ਬੁੱਲ ਆਪਸ ਵਿੱਚ ਮਿੱਟੇ ਜਾਂਦੇ ਹਨ ਜਾਂ ਆਵਾਜ਼ ਨੱਕ ਰਾਹੀਂ ਨਿਕਲਦੀ ਹੈ। ਪੰਜਾਬੀ ਵਿੱਚ ਸੱਸੇ ਤੋਂ ਲੈ ਕੇ ੜਾੜੇ ਤੱਕ 38 ਵਿਅੰਜਨ ਹਨ। ਪ੍ਰਸ਼ਨ ਨੰਬਰ 7, ਕੰਠੀ ਧੁਨੀਆਂ ਕਿਸ ਨੂੰ ਆਖਦੇ ਹਨ?
ਜੋ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨਾ ਲੱਗੇ। ਬੱਚੋ, ਜਦੋਂ ਤੁਸੀਂ ਕੱਕੇ ਵਾਲੀ ਲਾਈਨ ਬੋਲਦੇ ਹੋ ਉਹ ਕੰਠੀ ਵਿਅੰਜਨ ਨੇ। ਕੱਕਾ, ਖੱਖਾ, ਗੱਗਾ, ਘੱਗਾ, ਨਈਆਂ, ਇਹਨਾਂ ਨੂੰ ਉਚਾਰਨ ਸਮੇਂ ਜੀਭ ਦਾ ਜੋ ਪਿਛਲਾ ਹਿੱਸਾ ਹੈ ਉਹ ਕੋਮਲ ਤਾਲੂ ਦੇ ਨਾਲ ਛੂੰਹਦਾ ਹੈ। ਇਸ ਕਰਕੇ ਇਸ ਦੀ ਆਵਾਜ਼ ਕੰਠ ਵਿੱਚ ਆਉਂਦੀ ਹੈ। ਇਸ ਨੂੰ ਕੰਠੀ ਧੁਨੀਆਂ ਆਖਦੇ ਹਨ। ਪ੍ਰਸ਼ਨ ਨੰਬਰ 8, ਤਾਲਵੀ ਵਿਅੰਜਨ। ਤਾਲਵੀ ਵਿਅੰਜਨ ਕਿਹੜੇ ਹੁੰਦੇ ਨੇ? ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ, ਜੀਭ ਦਾ ਜਿਹੜਾ ਮੂਹਰਲਾ ਹਿੱਸਾ ਹੁੰਦਾ, ਅਗਲਾ ਹਿੱਸਾ ਹੁੰਦਾ, ਉਹ ਕੋਮਲ ਤਾਲੂ ਨਾਲ ਛੂੰਹਦਾ ਹੈ ਤਾਂ ਉਹ ਤਾਲਵੀ ਵਿਅੰਜਨ ਹੁੰਦੇ ਨੇ। ਜਿਵੇਂ ਚੱਚੇ ਵਰਗ ਵਿਚਲੇ ਵਰਨ, ਚੱਚਾ, ਛੱਛਾ, ਜੱਜਾ, ਝੱਜਾ, ਨਈਆਂ, ਇਹ ਸਾਰੇ ਤਾਲਵੀ ਵਿਅੰਜਨ ਹਨ। ਪ੍ਰਸ਼ਨ ਨੰਬਰ 9, ਉਲਟ ਜੀਬੀ। ਉਲਟ ਜੀਬੀ ਵਿਅੰਜਨ ਉਹ ਹੁੰਦੇ ਹਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ, ਜੀਭ ਜਦੋਂ ਮੁੜ ਜਾਂਦੀ ਹੈ ਤਾਂ ਫਿਰ ਮੁੜ ਕੇ ਕੋਮਲ ਤਾਲੂ ਨਾਲ ਛੂੰਹਦੀ ਹੈ, ਉਸ ਨੂੰ ਉਲਟ ਜੀਬੀ ਵਿਅੰਜਨ ਕਹਿੰਦੇ ਹਨ। ਇਸ ਵਿੱਚ ਟ ਵਰਗ ਵਿਚਲੇ ਵਰਨ ਆਉਂਦੇ ਹਨ, ਜਿਵੇਂ ਟ, ਠ, ਡ, ਟ, ਣ। ਉਸ ਤੋਂ ਬਾਅਦ ਦੰਤੀ ਵਿਅੰਜਨ। ਦੰਤੀ ਵਿਅੰਜਨ ਉਹ ਹੁੰਦੇ ਹਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅੱਗਾ ਹਿੱਸਾ ਦੰਦਾਂ ਨਾਲ ਜੁੜ ਕੇ ਧੁਨੀ ਦਾ ਉਚਾਰਨ ਕਰੇ, ਉਹ ਦੰਤੀ ਵਿਅੰਜਨ ਹੁੰਦੇ ਹਨ। ਜਿਵੇਂ ਤ ਵਰਗੇ ਵਿਚਲੇ ਵਰਨ, ਤ, ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਉਸ ਤੋਂ ਬਾਅਦ ਹੈਗਾ ਦੋ ਹੋਠੀ ਵਿਅੰਜਨ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਆਪਣੇ ਦੋਵੇਂ ਬੁੱਲ ਆਪਸ ਵਿੱਚ ਜੁੜ ਜਾਣ ਜਾਂ ਮਿਟੇ ਜਾਣ, ਉਹਨਾਂ ਨੂੰ ਦੋ ਹੋਠੀ ਵਿਅੰਜਨ ਕਹਿੰਦੇ ਹਨ। ਜਿਵੇਂ ਪੱਪਾ, ਫੱਫਾ, ਬੱਬਾ। ਨਾਸਕੀ ਵਿਅੰਜਨ ਧੁਨੀਆਂ। ਨਾਸਕੀ ਵਿਅੰਜਨ ਧੁਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਉਹ ਨਾਸਕੀ ਵਿਅੰਜਨ ਹੁੰਦੇ ਹਨ। ਪੰਜਾਬੀ ਵਿੱਚ 5 ਨਾਸਕੀ ਵਿਅੰਜਨ ਹਨ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਨੰਨਾ, ਨਾਣਾ, ਨਈਆਂ, ਮੰਮਾ, ਆਈਆਂ, ਇਹ 5 ਨਾਸਕੀ ਵਿਅੰਜਨ ਹਨ। ਸਾਹ ਦੀ ਮਾਤਰਾ ਦੇ ਆਧਾਰ 'ਤੇ ਵਿਅੰਜਨਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅਲਪ ਪ੍ਰਾਣ ਤੇ ਦੂਜਾ ਮਹਾਪ੍ਰਾਣ। ਅਲਪ ਪ੍ਰਾਣ ਵਿਅੰਜਨ ਕਿਹੜੇ ਹੁੰਦੇ ਨੇ ਬੱਚਿਓ? ਅਲਪ ਪ੍ਰਾਣ ਵਿਅੰਜਨ ਉਹ ਹੁੰਦੇ ਨੇ ਜਿਹੜੇ ਵਿਅੰਜਨਾਂ ਦੇ ਉਚਾਰਨ ਵਿੱਚ ਥੋੜ੍ਹੀ ਮਾਤਰਾ ਵਿੱਚ ਸਾਹ ਬਾਹਰ ਨਿਕਲੇ, ਉਹ ਅਲਪ ਪ੍ਰਾਣ ਵਿਅੰਜਨ ਹੁੰਦੇ ਨੇ। ਜਿਵੇਂ ਕੱਕੇ ਵਾਲੀ ਲਾਈਨ ਹੈ, ਪਹਿਲਾ ਅੱਖਰ ਕੱਕਾ ਹੈ, ਉਸ ਤੋਂ ਬਾਅਦ ਚੱਚਾ, ਫਿਰ ਤੀਜੀ ਲਾਈਨ ਦਾ ਅੱਖਰ ਟੈਂਕਾ। ਅਲਪ ਪ੍ਰਾਣ ਵਿਅੰਜਨ ਜਿਹੜੇ ਵਿਅੰਜਨਾਂ ਦੇ ਉਚਾਰਨ ਵਿੱਚ ਥੋੜ੍ਹੀ ਮਾਤਰਾ ਵਿੱਚ ਸਾਹ ਬਾਹਰ ਨਿਕਲੇ, ਉਹ ਅਲਪ ਪ੍ਰਾਣ ਵਿਅੰਜਨ ਹੁੰਦੇ ਹਨ। ਪੰਜਾਬੀ ਵਰਨਮਾਲਾ ਬੱਚੋ ਸਾਰੀ ਦੇ ਵਿੱਚ ਊੜੇ ਵਾਲੀ ਲਾਈਨ ਨੂੰ ਛੱਡ ਕੇ ਕੱਕੇ ਵਾਲੀ ਲਾਈਨ ਦਾ ਪਹਿਲਾ ਅੱਖਰ ਕੱਕਾ, ਚੱਚੇ ਵਾਲੀ ਲਾਈਨ ਦਾ ਪਹਿਲਾ ਅੱਖਰ ਚੱਚਾ, ਟੈਂਕੇ ਵਾਲੀ ਲਾਈਨ ਦਾ ਪਹਿਲਾ ਅੱਖਰ ਟੈਂਕਾ, ਤੱਤੇ ਵਾਲੀ ਲਾਈਨ ਦਾ ਪਹਿਲਾ ਅੱਖਰ ਤੱਤਾ, ਪੱਪੇ ਵਾਲੀ ਲਾਈਨ ਦਾ ਪਹਿਲਾ ਅੱਖਰ ਪੱਪਾ। ਇਹ ਜਿਹੜੇ ਫਸਟ ਲਾਈਨ ਵਾਲੇ ਪਹਿਲੇ ਵਰਨ ਹੁੰਦੇ ਨੇ, ਇਹ ਅਲਪ ਪ੍ਰਾਣ ਹੁੰਦੇ ਨੇ। ਉਸ ਤੋਂ ਬਾਅਦ ਕੱਕੇ ਵਾਲੀ ਲਾਈਨ ਦੇ ਖੱਖਾ ਅੱਖਰ ਛੱਡ ਕੇ ਤੀਜਾ ਅੱਖਰ ਜਿਹੜਾ ਹੁੰਦਾ ਗੱਗਾ, ਚੱਚੇ ਤੋਂ ਬਾਅਦ ਛੱਛੇ ਨੂੰ ਛੱਡ ਕੇ ਜੱਜਾ, ਟੈਂਕੇ ਤੋਂ ਬਾਅਦ ਠੱਠੇ ਨੂੰ ਛੱਡ ਕੇ ਡੱਡਾ, ਉਹਦਾ ਤੱਤਾ, ਥੱਥੇ ਨੂੰ ਛੱਡ ਕੇ ਦ, ਪੱਪੇ ਨੂੰ ਛੱਡ ਕੇ ਪੱਪਾ, ਫੱਫੇ ਨੂੰ ਛੱਡ ਕੇ ਬੱਬਾ। ਪਹਿਲਾ ਅੱਖਰ ਵਰਨਮਾਲਾ ਦਾ ਅਤੇ ਤੀਜਾ ਅੱਖਰ, ਇਹ ਜਿਹੜੇ ਹੁੰਦੇ ਨੇ ਇਹ ਅਲਪ ਪ੍ਰਾਣ ਵਿਅੰਜਨ ਹੁੰਦੇ ਹਨ। ਮਹਾਪ੍ਰਾਣ ਜਿਹੜੇ ਵਿਅੰਜਨਾਂ ਦੇ ਉਚਾਰਨ ਸਮੇਂ ਜ਼ਿਆਦਾ ਮਾਤਰਾ ਵਿੱਚ ਸਾਹ ਬਾਹਰ ਨਿਕਲੇ, ਉਹ ਮਹਾਪ੍ਰਾਣ ਵਿਅੰਜਨ ਹੁੰਦੇ ਹਨ। ਜਿਵੇਂ ਅਲਪ ਪ੍ਰਾਣ ਦੇ ਵਿੱਚ ਤੁਸੀਂ ਪੰਜਾਬੀ ਵਰਨਮਾਲਾ ਦੇ ਪਹਿਲੇ ਅੱਖਰ ਅਤੇ ਉਸ ਤੋਂ ਬਾਅਦ ਤੀਜੇ ਅੱਖਰ ਜਿਹੜੇ ਸੀ ਉਹ ਅਲਪ ਪ੍ਰਾਣ ਸੀ। ਹੁਣ ਮਹਾਪ੍ਰਾਣ ਦੇ ਵਿੱਚ ਪੰਜਾਬੀ ਵਰਨਮਾਲਾ ਦਾ ਦੂਜਾ ਅੱਖਰ, ਜਿਵੇਂ ਕੱਕਾ ਅਲਪ ਪ੍ਰਾਣ ਸੀ, ਖੱਖਾ ਮਹਾਪ੍ਰਾਣ ਹੋ ਗਿਆ, ਠੀਕ ਹੈ। ਚੱਚਾ ਅਲਪ ਪ੍ਰਾਣ ਸੀ, ਛੱਛਾ ਮਹਾਪ੍ਰਾਣ ਹੋ ਗਿਆ। ਤੱਤਾ
ਟੈਂਕਾ ਅਲਪ ਪ੍ਰਾਣ ਸੀ, ਠੱਠਾ ਮਹਾਪ੍ਰਾਣ। ਤੱਤਾ ਅਲਪ ਪ੍ਰਾਣ, ਥੱਥਾ ਮਹਾਪ੍ਰਾਣ। ਪੱਪਾ ਅਲਪ ਪ੍ਰਾਣ, ਫੱਫਾ ਮਹਾਪ੍ਰਾਣ। ਮਤਲਬ ਕਿ ਪੰਜਾਬੀ ਵਰਨਮਾਲਾ ਦੀ ਪਹਿਲੇ ਅੱਖਰਾਂ ਵਾਲੇ ਜਿਹੜੇ ਵਰਨ ਹੁੰਦੇ ਨੇ ਉਹ ਅਲਪ ਪ੍ਰਾਣ ਸੀ। ਦੂਜੇ ਅੱਖਰਾਂ ਦੂਜੀ ਵਰਨਮਾਲਾ ਦੀ ਲਾਈਨ ਜਿਹੜੀ ਹੁੰਦੀ ਹੈ ਉਹ ਮਹਾਪ੍ਰਾਣ ਹੁੰਦੀ ਹੈ। ਉਸ ਤੋਂ ਬਾਅਦ ਜੋ ਤੀਜੀ ਵਰਨਮਾਲਾ ਜੋ ਲਾਈਨ ਦੇ ਵਿੱਚ ਤੀਜੇ ਅੱਖਰ ਸੀਗੇ ਉਹ ਅਲਪ ਪ੍ਰਾਣ ਸੀ। ਇਸ ਦੇ ਵਿੱਚ ਹੁਣ ਚੌਥੇ ਵਰਨ ਹੋਣਗੇ ਜਿਹੜੇ ਲਾਈਨ ਦੇ ਵਿੱਚ ਉਹ ਮਹਾਪ੍ਰਾਣ ਹੋਣਗੇ। ਜਿਸ ਤਰ੍ਹਾਂ ਕੱਕਾ ਅਲਪ ਪ੍ਰਾਣ ਸੀ, ਖੱਖਾ ਮਹਾਪ੍ਰਾਣ। ਗੱਗਾ ਅਲਪ ਪ੍ਰਾਣ, ਘੱਗਾ ਮਹਾਪ੍ਰਾਣ। ਉਸੇ ਤਰ੍ਹਾਂ ਹੀ ਚੱਚਾ ਅਲਪ ਪ੍ਰਾਣ ਸੀ, ਛੱਛਾ ਮਹਾਪ੍ਰਾਣ। ਜੱਜਾ ਅਲਪ ਪ੍ਰਾਣ, ਝੱਜਾ ਮਹਾਪ੍ਰਾਣ। ਟੈਂਕਾ ਅਲਪ ਪ੍ਰਾਣ, ਠ ਮਹਾਪ੍ਰਾਣ। ਡ ਅਲਪ ਪ੍ਰਾਣ, ਢੱਡਾ ਮਹਾਪ੍ਰਾਣ। ਤੱਤਾ ਅਲਪ ਪ੍ਰਾਣ, ਥੱਥਾ ਮਹਾਪ੍ਰਾਣ। ਦੱਦਾ ਅਲਪ ਪ੍ਰਾਣ, ਧੱਦਾ ਮਹਾਪ੍ਰਾਣ। ਇਸੇ ਤਰ੍ਹਾਂ ਹੀ ਪੱਪਾ ਅਲਪ ਪ੍ਰਾਣ, ਫੱਫਾ ਮਹਾਪ੍ਰਾਣ। ਬੱਬਾ ਅਲਪ ਪ੍ਰਾਣ, ਭੱਬਾ ਮਹਾਪ੍ਰਾਣ। ਮੈਨੂੰ ਉਮੀਦ ਹੈ ਕਿ ਤੁਸੀਂ ਅਲਪ ਪ੍ਰਾਣ ਅਤੇ ਮਹਾਪ੍ਰਾਣ ਵਿਅੰਜਨਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਇਹਨਾਂ ਵਿੱਚ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਹੀਂ ਹੋਵੇਗੀ। 13ਵੇਂ ਨੰਬਰ ਦਾ ਕੁਐਸਚਨ ਹੈ, ਊੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਊੜੇ ਨਾਲ 3 ਲਗਾਂ ਲੱਗਦੀਆਂ ਹਨ। ਔਂਕੜ, ਦੁਲੈਂਕੜ, ਹੋੜਾ। ਉਸ ਤੋਂ ਬਾਅਦ 14ਵੇਂ ਨੰਬਰ 'ਤੇ ਪ੍ਰਸ਼ਨ ਆਪਣਾ ਹੈ, ਆੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਆੜੇ ਨਾਲ 4 ਲਗਾਂ ਲੱਗਦੀਆਂ ਹਨ। ਮੁਕਤਾ, ਕੰਨਾ, ਦੁਲਾਵਾਂ। ਦੁਲਾਵਾਂ ਦੇ ਵਿੱਚ ਜਿਵੇਂ ਐਨਕ, ਠੀਕ ਹੈ। ਉਸ ਤੋਂ ਬਾਅਦ ਕਨੋੜਾ ਦੇ ਵਿੱਚ ਔਖਾ। ਕਨੌੜਾ ਆੜੇ ਦੇ ਨਾਲ ਇਹ ਜਿਹੜੀ ਹੈਗੀ ਲੱਗ ਗਈ ਹੈ। ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 15ਵਾਂ, ਈੜੀ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਈੜੀ ਨਾਲ 3 ਲਗਾਂ ਲੱਗਦੀਆਂ ਹਨ। ਸਿਹਾਰੀ, ਬਿਹਾਰੀ, ਲਾਮ। ਸਿਹਾਰੀ ਦੇ ਵਿੱਚ ਜਿਵੇਂ ਇੱਕ, ਠੀਕ ਹੈ। ਬਿਹਾਰੀ ਦੇ ਵਿੱਚ ਈਰਖਾ। ਲਾਂ ਦੇ ਵਿੱਚ ਇੱਥੇ। ਇਹ ਸਾਰੇ ਸ਼ਬਦ ਕੀ ਨੇ? ਇਹ ਲਾਂ ਜਿਹੜੇ ਹੈਗੇ ਨੇ ਈੜੀ ਦੇ ਨਾਲ ਲਗਾਂ ਲੱਗ ਕੇ ਬਣਦੇ ਹਨ। ਪ੍ਰਸ਼ਨ ਨੰਬਰ 16 ਹੈ, ਸਾਰੇ ਵਿਅੰਜਨਾਂ ਨਾਲ ਜੋ ਲਗਾਂ ਲੱਗਦੀਆਂ ਹਨ ਉਸਨੂੰ ਕੀ ਕਹਿੰਦੇ ਹਨ? ਸਾਰੇ ਵਿਅੰਜਨ ਤੋਂ ਮਤਲਬ ਕਿ ਸੱਸੇ ਤੋਂ ਲੈ ਕੇ ੜਾੜੇ ਦੇ ਨਾਲ ਜਿੰਨੀਆਂ ਵੀ ਲਗਾਂ ਲੱਗਦੀਆਂ ਹਨ ਉਸਨੂੰ ਕੀ ਕਿਹਾ ਜਾਂਦਾ ਹੈ? ਚਾਹੇ ਹੋੜਾ ਹੈ, ਕਨੌੜਾ, ਔਂਕੜ, ਦੁਲੈਂਕੜ, ਲਾਂ, ਦਲਾਂ, ਸਿਹਾਰੀ, ਬਿਹਾਰੀ, ਉਹਨਾਂ ਸਾਰਿਆਂ ਨੂੰ ਮੁਹਾਰਨੀ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਡੇ ਲਈ ਇਹ ਜੋ ਵੀਡੀਓ ਹੈ ਬਹੁਤ ਹੀ ਯੂਜ਼ਫੁਲ ਹੋਏਗੀ। 9th ਅਤੇ 10th ਕਲਾਸ ਦੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਜ਼ਰੂਰ ਆਉਂਦੇ ਹਨ।